ਨਖਾਲਸ ਟੀਵੀ ਦੀ ਖਾਸ ਰਿਪੋਰਟ ਦੇ ਵਿੱਚ ਸਭ ਦਾ ਸਵਾਗਤ ਹੈ। ਕਰਨਾਲ ਮਹਾਪੰਚਾਇਤ ਦੀ ਜਾਣਕਾਰੀ ਦੇਵਾਂਗੇ ਕਿ ਉੱਥੇ ਕੀ ਕੁਝ ਹੋਇਆ ਹੈ ਤੇ ਕੀ ਹੋ ਰਿਹਾ ਹੈ। ਤਾਜ਼ਾ ਅਪਡੇਟ ਇਹ ਹੈ ਕਿ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਬੈਠਕ ਬੇਸਿੱਟਾ ਰਹੀ ਹੈ। ਪ੍ਰਸ਼ਾਸਨ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚੇ ਦਾ 11 ਮੈਂਬਰੀ ਵਫਦ ਗੱਲਬਾਤ ਦੇ ਲਈ ਸਕੱਤਰੇਤ ਪਹੁੰਚਿਆ ਸੀ, ਪਰ ਗੱਲ ਨਹੀਂ ਬਣੀ ਹੈ। ਉਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਤੇ ਹੁਣ ਕਿਸਾਨਾਂ ਨੇ ਚਾਲੇ ਪਾ ਦਿੱਤੇ ਨੇ। ਸਕੱਤਰੇਤ ਦਾ ਘਿਰਾਓ ਕੀਤਾ ਜਾਏਗਾ, ਘੇਰਾ ਪਾਇਆ ਜਾਏਗਾ ਤੇ ਘੇਰਾ ਸ਼ਾਇਦ ਉਦੋਂ ਤੱਕ ਨਹੀਂ ਟੁੱਟੂਗਾ ਜਦੋਂ ਤੱਕ ਪ੍ਰਸ਼ਾਸਨ ਕਿਸਾਨਾਂ ਦੀ ਮੰਗ ਨਹੀਂ ਮੰਨ ਲੈਂਦਾ, ਕਿਉਂਕਿ ਹੁਣ ਲੱਗਦਾ ਨਹੀਂ। 2 ਵਾਰੀ ਅੱਜ ਬੈਠਕ ਹੋਈ ਹੈ ਕਿ ਹੁਣ ਪ੍ਰਸ਼ਾਸਨ ਦੇ ਨਾਲ ਦੁਬਾਰਾ ਕਿਸਾਨ ਲੀਡਰਾਂ ਦੀ ਕੋਈ ਬੈਠਕ ਹੋਵੇਗੀ। ਕਿਸਾਨਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਡੀ ਹੈ। ਜਿਹੜੇ ਕਿਸਾਨ ਲੀਡਰ ਸ਼ਾਮਿਲ ਹੋਏ 11 ਮੈਂਬਰੀ ਵਫਦ ਦੇ ਵਿੱਚ ਸੀਗੇ, ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਬਲਵੀਰ ਸਿੰਘ ਰਾਜੇਵਾਲ, ਯੋਗਿੰਦਰ ਯਾਦਵ, ਡਾਕਟਰ ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲਾ, ਵਿਕਾਸ ਸਣੇ 11 ਲੀਡਰ ਨੇ ਜਿਹੜੇ ਉਹ ਮੌਜੂਦ ਸੀਗੇ ਤੇ ਕਿਸਾਨ ਲੀਡਰਾਂ ਨੇ ਬਾਹਰ ਆ ਕੇ ਜਿਵੇਂ ਹੀ ਸਕੱਤਰੇਤ ਵੱਲ ਚਾਲੇ ਪਾਉਣ ਦਾ ਐਲਾਨ ਕੀਤਾ, ਕਿਸਾਨ ਵਹੀਰਾਂ ਘੱਤ ਕੇ ਹੁਣ ਉੱਥੇ ਜਾਣੇ ਸ਼ੁਰੂ ਹੋ ਗਏ ਨੇ। ਕਿਸਾਨ ਪੰਚਾਇਤ ਵਿੱਚ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਅੱਜ ਕਰਨਾਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੀ ਆਪਣੀ ਰੈਪਿਡ ਐਕਸ਼ਨ ਫੋਰਸ ਸਣੇ ਤੈਨਾਤ ਹੈ। ਰੈਪਿਡ ਐਕਸ਼ਨ ਫੋਰਸ ਦੀਆਂ 40 ਟੁਕੜੀਆਂ ਤੈਨਾਤ ਕੀਤੀਆਂ ਗਈਆਂ ਨੇ। ਹਾਲੇ ਵੀ ਕਿਸਾਨ ਕਰਨਾਲ ਪਹੁੰਚ ਰਹੇ ਨੇ। ਸਿੰਘੂ ਬਾਰਡਰ ਤੋਂ ਵੀ ਕਿਸਾਨਾਂ ਦਾ ਇੱਕ ਜਥਾ ਜਿਹੜਾ ਕਰਨਾਲ ਵੱਲ ਨੂੰ ਰਵਾਨਾ ਹੋਇਆ। ਕਰਨਾਲ ਦੇ ਵਿੱਚ ਪਿਛਲੇ ਦਿਨੀ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੇ ਖਿਲਾਫ ਕਰਨਾਲ ਦੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੇ ਲਈ ਅੱਜ ਇੱਥੇ ਕਿਸਾਨ ਇਕੱਠੇ ਹੋਏ ਨੇ। ਦਰਅਸਲ 28 ਅਗਸਤ ਨੂੰ ਕਰਨਾਲ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਮਾਗਮ ਮੌਕੇ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਸੀ, ਜਿਸ ਤੋਂ ਬਾਅਦ ਇਸ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਸੀ। ਸੋ ਅੱਜ ਕਰਨਾਲ ਦੇ ਵਿੱਚ ਪੈਰ ਤੇ ਪੁਲਿਸ ਹੈ, ਚੱਪੇ ਤੇ ਸੁਰੱਖਿਆ ਬਲ ਦਿਖਾਈ ਦੇ ਰਹੇ ਨੇ, ਪਰ ਉਸ ਤੋਂ ਵੀ ਵੱਧ ਕਿਸਾਨ ਨੇ। ਇੰਟਰਨੈਟ ਇੱਥੇ ਬੰਦ ਹੈ ਤੇ ਜਿਹੜੇ ਰੂਟ ਨੇ ਉਹ ਬਦਲਨੇ ਪਏ ਨੇ ਸਰਕਾਰ ਨੂੰ। ਲੀਡਰਾਂ ਨੇ ਆਪੋ ਆਪਣੇ ਬਿਆਨ ਦਿੱਤੇ। ਜੋਗਿੰਦਰ ਸਿੰਘ ਉਗਰਾਹਾਂ ਨੇ 2 ਸ਼ਬਦਾਂ ਦੇ ਵਿੱਚ ਗੱਲ ਨਿਬੇੜ ਦਿੱਤੀ। ਕਹਿੰਦੇ ਜੋ ਅਸੀਂ ਕਹਿਣਾ ਚਾਹੁੰਦੇ ਸੀ ਉਹ ਉਹਨਾਂ ਨੇ ਨਹੀਂ ਮੰਨਿਆ, ਜੋ ਉਹ ਕਹਿਣਾ ਚਾਹੁੰਦੇ ਸੀ ਉਹ ਅਸੀਂ ਨਹੀਂ ਮੰਨਿਆ, ਇਸ ਕਰਕੇ ਕੋਈ ਗੱਲ ਨਹੀਂ ਬਣੀ। ਸੋ ਕਿਸਾਨਾਂ ਦੀ ਮੰਗ ਹੈ ਜਿਹੜੀ ਉਹ ਆਖਿਰਕਾਰ ਕਿਹੜੀ ਸੀ? ਕਿਸਾਨਾਂ ਨੇ ਇਸ ਮੀਟਿੰਗ ਦੇ ਵਿੱਚ ਮੰਗ ਪੱਤਰ ਹੈ ਜਿਹੜਾ ਉਹ ਸੌਂਪਿਆ ਹੈ ਕਰਨਾਲ ਦੇ ਡੀਸੀ ਨੂੰ। ਸਕੱਤਰੇਤ ਦੇ ਵਿੱਚ ਜਿਹੜੀ ਮੀਟਿੰਗ ਹੋਈ, ਕਿਸਾਨਾਂ ਨੇ ਇਸ ਮੰਗ ਪੱਤਰ ਦੇ ਵਿੱਚ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਿਸ ਨੇ 28 ਅਗਸਤ ਨੂੰ ਕਿਸਾਨਾਂ ਖਿਲਾਫ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸੀ। ਲਾਠੀਚਾਰਜ ਕਾਰਨ ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਤੇ ਹੋਰ ਜ਼ਖਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪ੍ਰਸ਼ਾਸਨ ਦੇ ਨਾਲ ਕਿਸਾਨ ਲੀਡਰਾਂ ਦੀ 2 ਵਾਰੀ ਅੱਜ ਗੱਲਬਾਤ ਹੋਈ ਤੇ ਦੋਵੇਂ ਵਾਰੀ ਬੇਸਿੱਟਾ ਰਹੀ ਹੈ। ਸੋ ਖਾਸ ਤੌਰ ਤੇ ਹੀ ਮੰਗ ਹੈ ਕਿ ਉਸ ਐਸਡੀਐਮ ਨੂੰ, ਜਿਸ ਦਾ ਨਾਮ ਆਯੂਸ਼ ਸਿਨਹਾ ਹੈ, ਜਿਸ ਨੇ ਕਿਹਾ ਸੀ ਕਿ ਕਿਸਾਨਾਂ ਦੇ ਸਿਰ ਪਾੜ ਦਿੱਤੇ ਜਾਣ, ਜਿਹੜੇ ਵੀ ਕਿਸਾਨ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕਰਨਗੇ ਕੋਈ ਵੀ ਖਾਲੀ ਨਾ ਜਾਵੇ, ਸਿਰ ਪਾੜੇ ਹੋਣੇ ਚਾਹੀਦੇ ਨੇ। ਉਸ ਅਧਿਕਾਰੀ ਦੀ ਸਿਰਫ ਬਦਲੀ ਕੀਤੀ ਗਈ ਹੈ, ਇੱਕ ਰੂਟੀਨ ਬਦਲੀ ਕੀਤੀ ਗਈ ਹੈ, ਸਗੋਂ ਇੱਕ ਹੋਰ ਮਹਿਕਮੇ ਦਾ ਜਿਹੜਾ ਕਾਰਜਭਾਰ ਹੈ ਉਹ ਦੇ ਦਿੱਤਾ ਗਿਆ। ਕੋਈ ਕਾਰਵਾਈ ਨਹੀਂ ਹੋਈ ਹੈ, ਕੋਈ ਐਕਸ਼ਨ ਨਹੀਂ ਹੋਇਆ ਤੇ ਜਿਵੇਂ ਮੁੱਖ ਮੰਤਰੀ ਖੱਟਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਾਂਚ ਹੋਊਗੀ ਤੇ ਸਥਾਨਕ ਪੱਧਰ ਦੀ ਕਾਰਵਾਈ ਜਿਹੜੀ ਉਸ ਹੋ ਸਕਦੀ ਹੈ ਤੇ ਕਿਸਾਨ ਚਾਹੁੰਦੇ ਨੇ ਕਿ ਬਰਖਾਸਤ ਕੀਤਾ ਜਾਵੇ, ਪਰਚਾ ਦਰਜ ਕੀਤਾ ਜਾਵੇ, ਪਰ ਅਜਿਹਾ ਕੁਝ ਨਹੀਂ ਕੀਤਾ ਜਾ ਰਿਹਾ। ਟਕਰਾਅ ਜਿਹੜਾ ਉਹ ਵੱਧ ਰਿਹਾ ਹੈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਪੂਰੇ ਦਿਨ ਦੇ ਵਿੱਚ ਕੀ ਕੁਝ ਹੋਇਆ ਸੀ। ਕਰਨਾਲ ਦੇ ਵਿੱਚ ਸਵੇਰ ਤੋਂ ਹੀ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਸੀ। ਰੋਕਾਂ ਨੇ ਜਿਹੜੀਆਂ ਉਹ ਪੁਲਿਸ ਨੇ ਲਾਈਆਂ ਸੀ। ਦਫਾ 144 ਦਾ ਮਤਲਬ ਇਹ ਹੁੰਦਾ ਹੈ ਕਿ 5 ਜਾਂ 5 ਤੋਂ ਵੱਧ ਲੋਕ ਸ਼ਹਿਰ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ। ਫਿਰ ਤੜਕੇ 10 ਵਜੇ ਦੇ ਕਰੀਬ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਇੱਕ ਵੀਡੀਓ ਦੇ ਰਾਹੀਂ ਸਾਰੇ ਕਿਸਾਨਾਂ ਨੂੰ ਸ਼ਾਂਤੀਪੂਰਵਕ ਕਰਨਾਲ ਪਹੁੰਚਣ ਦੀ ਅਪੀਲ ਕੀਤੀ। ਕਿਹਾ ਕਿ ਪੁਲਿਸ ਨੇ ਨਾਕੇ ਲਾਏ ਸੀ, ਅਨਾਜ ਮੰਡੀ ਨੂੰ ਵੀ ਸੀਲ ਕਰ ਦਿੱਤਾ ਸੀ, ਪਰ ਹੁਣ ਪੁਲਿਸ ਸਾਰੇ ਨਾਕੇ ਖੋਲ ਰਹੀ ਹੈ। ਮਹਾਪੰਚਾਇਤ ਵਿੱਚ ਪਹੁੰਚਣ ਵਾਲੇ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਗੁਰਨਾਮ ਸਿੰਘ ਚੜੂਨੀ ਨੇ ਕੀਤੀ। ਕਿਹਾ ਕਿ ਸਾਡਾ ਜਿਹੜਾ ਅੰਦੋਲਨ ਹੈ ਉਹ ਸ਼ਾਂਤੀਪੂਰਵਕ ਰਹੇਗਾ। ਜੇਕਰ ਕਿਸੇ ਵੱਲੋਂ ਕੋਈ ਗੜਬੜੀ ਕੀਤੀ ਗਈ ਤਾਂ ਸਾਡਾ ਅੰਦੋਲਨ ਟੁੱਟ ਜਾਏਗਾ। ਚੜੂਨੀ ਨੇ ਇਹ ਵੀ ਜਾਣਕਾਰੀ ਦਿੱਤੀ ਕਿਸਾਨਾਂ ਨੂੰ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰ ਇੱਥੇ ਪਹੁੰਚ ਰਹੇ ਨੇ ਤੇ ਇੱਥੇ ਹੀ ਅਗਲਾ ਫੈਸਲਾ ਜਿਹੜਾ ਉਹ ਲਿਆ ਜਾਵੇਗਾ। ਚੜੂਨੀ ਨੇ ਸਾਰੇ ਵੱਡੇ ਕਿਸਾਨ ਲੀਡਰਾਂ ਦੇ ਪਹੁੰਚਣ ਦੀ ਜਾਣਕਾਰੀ ਜਿਵੇਂ ਹੀ ਦਿੱਤੀ ਤਾਂ ਹੌਲੀ-ਹੌਲੀ ਕਿਸਾਨ ਲੀਡਰ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਸੀ। ਮੀਟਿੰਗ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਵੀ ਸ਼ਾਮਿਲ ਸਨ। ਉਹਨਾਂ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਤੇ ਮੀਟਿੰਗ ਤੋਂ ਬਾਅਦ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਸਕੱਤਰੇਤ ਵੱਲ ਹਰ ਹਾਲ ਵਿੱਚ ਕੂਚ ਕਰਾਂਗੇ, ਪਰ ਬੈਰੀਕੇਡ ਨਹੀਂ ਤੋੜੇ ਜਾਣਗੇ। ਜਿੱਥੇ ਵੀ ਸਾਨੂੰ ਪੁਲਿਸ ਨੇ ਰੋਕਿਆ ਉੱਥੇ ਹੀ ਰੁਕ ਜਾਵਾਂਗੇ ਤੇ ਗ੍ਰਿਫਤਾਰੀਆਂ ਦੇਵਾਂਗੇ। ਤੁਹਾਨੂੰ ਯਾਦ ਹੋਏਗਾ ਉਹ ਜਿਹੜਾ ਦਿਨ ਜਦੋਂ ਕਿਸਾਨ ਲੀਡਰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ ਸੀ ਤੇ ਉਹਨਾਂ ਨੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣਾ ਸੀ। ਉਦੋਂ ਵੀ ਕਿਸਾਨ ਲੀਡਰਾਂ ਨੇ ਕਿਹਾ ਸੀ ਕਿ ਅਸੀਂ ਕੋਈ ਬੈਰੀਕੇਡ ਨਹੀਂ ਤੋੜਾਂਗੇ, ਅਸੀਂ ਕੋਈ ਵੀ ਜਿਹੜਾ ਹਿੰਸਕ ਕਾਰਵਾਈ ਨਹੀਂ ਕਰਾਂਗੇ, ਜਿੱਥੇ ਸਾਨੂੰ ਰੋਕ ਲਿਆ ਉੱਥੇ ਅਸੀਂ ਬਹਿ ਜਾਾਂਗੇ। ਜਦੋਂ
ਪੰਜਾਬ ਤੋਂ ਦਿੱਲੀ ਨੂੰ ਮੋਰਚੇ ਚੱਲੇ ਸੀ ਸ਼ੰਭੂ ਬਾਰਡਰ ਤੇ, ਉੱਥੇ ਵੀ ਕਿਸਾਨ ਲੀਡਰ ਰਾਜੇਵਾਲ ਨੇ ਇਹੀ ਕਿਹਾ ਸੀ। ਪਰ ਇਹਨਾਂ ਅਪੀਲਾਂ ਦਾ ਜਿਹੜਾ ਬਹੁਤਾ ਅਸਰ ਨਹੀਂ ਹੁੰਦਾ ਜਦੋਂ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਨੇ ਤੇ ਜਦੋਂ ਆਪਣੇ ਹੱਕ ਲੈਣ ਦੇ ਲਈ ਅੱਗੇ ਵਧਦੇ ਨੇ। ਪੁਲਿਸ ਦੀਆਂ ਰੋਕਾਂ ਨੂੰ ਉਹ ਪਲਾਂ ਦੇ ਵਿੱਚ ਉਖਾੜਦੇ ਜਿਹੜੇ ਨੇ ਉਹ ਚਲੇ ਜਾਂਦੇ ਨੇ। ਇਹ ਪਿਛਲੇ ਸੰਘਰਸ਼ ਦੇ ਵਿੱਚ ਆਪਾਂ ਦੇਖਿਆ ਹੈ। ਸੋ ਰਾਜੇਵਾਲ ਨੇ ਜਿਹੜੀ ਇਹ ਅਪੀਲ ਕੀਤੀ ਹੈ, ਇਸ ਦਾ ਕਿੰਨਾ ਕੁ ਅਸਰ ਹੋਏਗਾ ਇਹ ਵੱਖਰੀ ਗੱਲ ਹੈ, ਪਰ ਕਿਸਾਨ ਨੇ ਜਿਹੜੇ ਉਸ ਕਤਰੇਤ ਵੱਲ ਕੂਚ ਜ਼ਰੂਰ ਕਰਨਗੇ, ਇਹ ਰਾਜੇਵਾਲ ਨੇ ਕਹਿ ਦਿੱਤਾ ਹੈ। ਗੱਲ ਆਪਾਂ ਕਰ ਰਹੇ ਸੀ ਕਿ ਅੱਜ ਹੋਰ ਕੀ ਕੁਝ ਹੋਇਆ। ਹਰਿਆਣਾ ਪੁਲਿਸ ਦੀ ਇੰਟੈਲੀਜੈਂਸ ਟੀਮ ਨੇ ਚੇਤਾਵਨੀ ਦਿੱਤੀ ਕਿ ਕਰਨਾਲ ਦੀ ਅਨਾਜ ਮੰਡੀ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਸੋਟੀਆਂ, ਲੋਹੇ ਦੀਆਂ ਰੋਡਾਂ ਸਮੇਤ ਪਹੁੰਚੇ ਨੇ। ਪ੍ਰਸ਼ਾਸਨ ਨੇ ਇਹਨਾਂ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੀ ਚੇਤਾਵਨੀ ਵੀ ਦਿੱਤੀ। ਅਜਿਹਾ ਨਾ ਕਰਨ ਦੀ ਸੂਰਤ ਦੇ ਵਿੱਚ ਸਖਤ ਕਾਰਵਾਈ ਕੀਤੇ ਜਾਣ ਦਾ ਡਰਾਵਾ ਵੀ ਦਿੱਤਾ। ਸੁਰੱਖਿਆ ਪ੍ਰਬੰਧਾਂ ਸੰਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦੇਵਾਂਗੇ, ਕਿਸਾਨ ਸ਼ਾਂਤੀਪੂਰਵਕ ਆਪਣੀ ਬੈਠਕ ਕਰ ਸਕਦੇ ਨੇ। ਕਰਨਾਲ ਦੇ ਐਸਪੀ ਗੰਗਾਰਾਮ ਪੁਨੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿਸਾਨ ਮਹਾਪੰਚਾਇਤ ਸ਼ਾਂਤੀਪੂਰਵਕ ਢੰਗ ਨਾਲ ਹੋਵੇ, ਆਪਸੀ ਗੱਲਬਾਤ ਦੇ ਰਾਹੀਂ ਅਸੀਂ ਮਸਲੇ ਨੂੰ ਸੁਲਝਾ ਲਈਏ। ਅਸੀਂ ਕੱਲ ਕਿਸਾਨ ਲੀਡਰਾਂ ਨਾਲ ਇਸ ਮਸਲੇ ਤੇ ਗੱਲ ਕੀਤੀ, ਜੇਕਰ ਕਾਨੂੰਨ ਵਿਵਸਥਾ ਖਰਾਬ ਹੋਈ ਤਾਂ ਪੁਲਿਸ ਕਾਰਵਾਈ ਕਰੇਗੀ। उन्होंने यह भी कहा कि जिला प्रशासन और पुलिस ने किसान महापंचायत के मद्देनज़र सुरक्षा के जरूरी प्रबंध किए हैं। कानून व्यवस्था बनाई रखने लिए कुल 40 कंपनियां तैनात की गई ने। जनतक गतिविधियां बिना किसी रुकावट के चल रही ने। करनाल की नवीं अनाज मंडी तो इलावा करनाल के डीसी और एसपी दफ्तर के बाहर भी सुरक्षा के प्रबंध किए गए। हरियाणा पुलिस के जवान इन्हां दोहां दफ्तरां के बाहर मौजूद सन, यानी कि करनाल के चप्पे चप्पे ते पुलिस दिखाई दे रही है। तो जानकारी ये भी मिली कि महापंचायत विच जुड़े वड्डे इकट्ठ कारण कुरुक्षेत्र के पुलिस कर्मचारियों नूं भी पुलिस लाइन दे विच इकट्ठा किया गया। किसी वेले भी उन्हां नूं करनाल पहुंचण दे लई तैयार रहण लई कहा गया। करनाल पुलिस ने किसान जथेबंदियां नूं भी अपील की कि कानून के दायरे विच रह के शांतिपूर्वक अपना संघर्ष तुसीं कर सकते हो। तो किसान लीडरां ने भी महापंचायत विच पहुंचे सारे किसानां नूं शांति बनाए रखण दी अपील की। इस दरम्यान ट्रैफिक रूट दे विच भी पुलिस ने बदलाव किया सी। इस बदलाव के लिए जानकारी है जिहड़ी करनाल दी पुलिस ने 5 तरीक नूं रात नूं ही दे दित्ती सी। बयान दे विच उन्हां ने दस्सिया कि दिल्ली तो हरियाणा आउण वाले वाहनां नूं पैप्सी पुल, पानीपत तो मूनक संद, गगसीना राही करनाल दे हांसी चौक बाईपास नहर तो हुंदे होए GT रोड 44 राही चंडीगढ़ वाल मोड़िया जावेगा। ਤੇ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ, ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਨੂੰ ਪਿਪਲੀ ਚੌਂਕ, ਕੁਰੂਕਸ਼ੇਤਰ ਤੋਂ ਇੰਦਰੀ, ਬਿਆਨਾ, ਕੁੰਜਪੁਰਾ ਤੋਂ ਹੁੰਦੇ ਹੋਏ ਅੰਮ੍ਰਿਤਪੁਰ, ਖੁਰਦ, ਕਹਿਰਵਾਲੀ ਅਤੇ ਘਰੌਂਡਾ ਦੇ GT ਰੋਡ ਰਾਹੀਂ ਦਿੱਲੀ ਵੱਲ ਰਵਾਨਾ ਕੀਤਾ ਜਾਏਗਾ। ਸੋ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ, ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ। ਮੰਗਾਂ ਨਹੀਂ ਮੰਨੀਆਂ ਗਈਆਂ ਜੋ ਕਿਸਾਨਾਂ ਨੇ ਕਹੀਆਂ ਸੀ। ਇਸ ਕਰਕੇ ਕੱਲ ਤੋਂ ਹੀ ਕਿਸਾਨਾਂ ਨੇ ਇਸ ਮਹਾਪੰਚਾਇਤ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਸੀ। ਸਰਕਾਰ ਵੀ ਪੂਰੀ ਅਲਰਟ ਹੋ ਗਈ ਸੀ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਦਾ ਬਹਾਨਾ ਲਾ ਕੇ ਸਰਕਾਰ ਨੇ ਪ੍ਰਸ਼ਾਸਨ ਦੇ ਰਾਹੀਂ ਦਫਾ 144 ਲਾਗੂ ਕਰਨ ਤੋਂ ਬਿਨਾਂ 5 ਜ਼ਿਲ੍ਹਿਆਂ ਦੇ ਵਿੱਚ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਣੀਪਤ ਦੇ ਵਿੱਚ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ, ਜਿਹੜੀ ਕਿ ਅੱਜ ਰਾਤ 12 ਵਜੇ ਤੱਕ ਬੰਦ ਹੀ ਰਹੇਗੀ। ਕਿਸਾਨਾਂ ਨੇ ਇਸ ਤੇ ਕਿਹਾ ਕਿ ਇੰਟਰਨੈਟ ਬੰਦ ਕਰਨ ਦੀ ਕਾਰਵਾਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਡਰ ਹੈ। ਕਾਂਗਰਸ ਨੇ ਵੀ ਤਿੱਖਾ ਨਿਸ਼ਾਨਾ ਸਾਧਿਆ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, ਜਦੋਂ ਵੀ ਤਾਨਾਸ਼ਾਹ ਡਰਦਾ ਹੈ ਉਹ ਇੰਟਰਨੈਟ ਹੀ ਬੰਦ ਕਰਦਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਹਾ ਕਿ ਤੁਸੀਂ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਤੇ ਜਨਾਦੇਸ਼ ਦੋਵਾਂ ਨੂੰ ਗਵਾ ਦਿੱਤਾ ਹੈ। ਜੇ ਤੁਹਾਡੀ ਪਾਰਟੀ ਤਾਲਿਬਾਨ ਦੇ ਨਾਲ ਗੱਲ ਕਰ ਸਕਦੀ ਹੈ ਤਾਂ ਅੰਨਦਾਤਾ ਦੇ ਨਾਲ ਗੱਲ ਕਿਉਂ ਨਹੀਂ ਕਰ ਸਕਦੀ? ਇਹ ਵੱਡਾ ਸਵਾਲ ਹੈ ਜਿਹੜਾ ਸੁਰਜੇਵਾਲਾ ਨੇ ਖੱਟਰ ਨੂੰ ਪੁੱਛਿਆ। ਇਸੇ ਦਰਮਿਆਨ ਕੇਂਦਰ ਦੇ ਇੱਕ ਮੰਤਰੀ ਸੰਜੀਵ ਬਾਲਿਆਨ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਰੋਸ ਹੈ ਹੁਣ ਉਹ ਸਿਆਸੀ ਹੋ ਚੁੱਕਿਆ ਹੈ ਪੂਰੀ ਤਰ੍ਹਾਂ ਦੇ ਨਾਲ। ਕਿਸਾਨ ਸਿਰਫ ਉਹਨਾਂ ਸੂਬਿਆਂ ਦੇ ਵਿੱਚ ਰੈਲੀਆਂ ਕਰ ਰਹੇ ਨੇ ਜਿੱਥੇ ਵੋਟਾਂ ਪੈਣ ਵਾਲੀਆਂ ਨੇ। ANI ਨੂੰ ਉਹਨਾਂ ਨੇ ਕਿਹਾ ਕਿ ਮਸਲਾ ਸਿਆਸੀ ਹੋ ਚੁੱਕਾ ਹੈ। ਹੁਣ ਕਿਸਾਨ UP ਅਤੇ ਪੰਜਾਬ ਦੇ ਵਿੱਚ ਹੀ ਰੈਲੀਆਂ ਕਰਨਗੇ, ਹਰਿਆਣਾ ਦੇ ਵਿੱਚ ਚੋਣਾਂ ਨਹੀਂ, ਇਸ ਲਈ ਉੱਥੇ ਘੱਟ ਰੈਲੀਆਂ ਹੋਣਗੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨ 9 ਮਹੀਨਿਆਂ ਤੋਂ ਦਿੱਲੀ ਵਿੱਚ ਹੈ, ਕਿਸਾਨ ਇੱਥੋਂ ਕੁਛ ਨਾ ਕੁਛ ਲੈ ਕੇ ਜਾਣ, ਖਾਲੀ ਹੱਥ ਨਾ ਜਾਣ। ਸੋ ਬੜੀ ਹੈਰਾਨੀ ਦੀ ਗੱਲ ਹੈ, ਹਰਿਆਣਾ ਦੇ ਵਿੱਚ ਨਿਤ ਦਿਨ ਵਿਰੋਧ ਕਰਦੇ ਨੇ ਕਿਸਾਨ। ਹਰਿਆਣਾ ਦੇ ਵਿੱਚ ਅੱਜ ਮਹਾਪੰਚਾਇਤ ਹੈ ਤੇ ਮੰਤਰੀ ਜੀ ਕਹਿ ਰਹੇ ਨੇ ਕਿ ਸਿਰਫ UP ਤੇ ਪੰਜਾਬ ਦੇ ਵਿੱਚ ਕਿਸਾਨ ਰੈਲੀਆਂ ਕਰ ਰਹੇ ਨੇ।
ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪਿਛਲੇ ਕਈ ਦਿਨਾਂ ਤੋਂ ਕੋਈ ਵੀ ਵੱਡੀ ਰੈਲੀ ਕਿਸਾਨਾਂ ਦੇ ਵੱਲੋਂ ਨਹੀਂ ਕੀਤੀ ਗਈ। ਹਾਲਾਂਕਿ ਗੰਨੇ ਦੇ ਭਾਅ ਨੂੰ ਲੈ ਕੇ ਜਲੰਧਰ ਦੇ ਵਿੱਚ ਜਿਹੜਾ ਵੱਡਾ ਸੰਘਰਸ਼ ਜ਼ਰੂਰ ਕੀਤਾ ਗਿਆ ਸੀ, ਜਿਹੜਾ ਜਲਦੀ ਹੀ ਜਿੱਤ ਲਿਆ ਸੀ ਕਿਸਾਨਾਂ ਨੇ। ਸੋ ਦਫਾ 144 ਲਾਗੂ ਕਰਨਾ ਲੱਗਦਾ ਸਰਕਾਰਾਂ ਦੇ ਕੋਲ ਇੱਕ ਵੱਡਾ ਹਥਿਆਰ ਬਣ ਗਿਆ। ਜਦੋਂ ਮਹਾਮਾਰੀ ਆਈ ਸੀ ਜਾਂ ਫਿਰ ਕਰੋਨਾ ਵਾਇਰਸ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਦੌਰ ਆਇਆ ਸੀ, ਤਾਂ ਉਦੋਂ ਵੀ ਦਫਾ 144 ਲਾਗੂ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬਿਠਾਇਆ ਗਿਆ ਸੀ। ਦਫਾ 144 ਲਾਗੂ ਕਰਨ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਸੀਂ ਇਕੱਠੇ ਨਹੀਂ ਹੋ ਸਕਦੇ, ਇਕੱਠ ਨਹੀਂ ਕਰ ਸਕਦੇ। ਇੱਕ ਪਾਸੇ ਗ੍ਰਹਿ ਮੰਤਰੀ ਅਨਿਲ ਵਿਜ ਕਹਿ ਰਹੇ ਨੇ ਕਿ ਤੁਹਾਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਣੀ ਮਹਾਪੰਚਾਇਤ ਕਰਨ ਦਾ ਅਧਿਕਾਰ ਹੈ, ਪਰ ਦੂਸਰੇ ਪਾਸੇ ਕਰਨਾਲ ਦੇ ਵਿੱਚ ਦਫਾ 144 ਲਾਗੂ ਕਰ ਦਿੱਤੀ ਗਈ ਹੈ। ਯਾਨੀ ਕਿ ਲੋਕ ਨੇ ਜਿਹੜੇ ਉਹ ਆਪਣੀ ਆਜ਼ਾਦੀ ਦੇ ਨਾਲ ਕਿਸੇ ਵੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਇਕੱਠ ਨਹੀਂ ਕਰ ਸਕਦੇ, ਆਪਣਾ ਰੋਸ ਨਹੀਂ ਪ੍ਰਗਟਾ ਸਕਦੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ। ਤੇ ਦੂਸਰੀ ਗੱਲ, ਇੰਟਰਨੈਟ ਬੰਦ ਕਰਨਾ। ਹਾਲਾਂਕਿ ਕਿਹਾ ਹੀ ਜਾਂਦਾ ਪ੍ਰਸ਼ਾਸਨ ਦੇ ਵੱਲੋਂ ਕਿ ਜਿਹੜੀਆਂ ਅਫਵਾਹਾਂ ਨੂੰ ਰੋਕਣ ਦੇ ਲਈ ਅਸੀਂ ਅਜਿਹਾ ਕਰ ਰਹੇ ਹਾਂ, ਪਰ ਦਰਅਸਲ ਜਿਹੜਾ ਕਮਿਊਨੀਕੇਸ਼ਨ ਨੂੰ ਬੰਦ ਕਰਨ ਦੇ ਲਈ ਇਹ ਸਾਰੇ ਤਰੀਕੇ ਨੇ ਜਿਹੜੇ ਉਹ ਅਪਣਾਏ ਜਾਂਦੇ ਨੇ। ਪਰ ਕਿਸਾਨਾਂ ਦੇ ਸੰਘਰਸ਼ ਮੂਹਰੇ ਲੱਗਦਾ ਹੈ ਕਿ ਸਰਕਾਰ ਦੀ ਕੋਈ ਰੋਕ ਨਹੀਂ ਚੱਲੇਗੀ। ਧੰਨਵਾਦ।